ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਨ ਸਮਾਦ ਅਨੰਤ ਹੈ ਨਾਦ, ਕਹਿ ਨਾ ਜਾਈ ਅਜਬ ਬਿਸਮਾਦ। ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋਝੀ ਪਾਏ। ਅੱਜ ਅਨਾਹਤ ਦੇ ਵਿਸ਼ੇ ਤੇ ਆਪਾਂ ਵਿਚਾਰ ਕਰਦੇ ਹਾਂ। ਸੁਨ ਸਮਾਦ ਅਨਹਤ ਨਾਦ ਇੱਕ ਕੜੀ ਹੈ। ਜਿਸ ਤਰ੍ਹਾਂ ਪੁਰਾਤਨ ਵਿਚਾਰ ਅਨੁਸਾਰ ਅਨਾਹਤ ਤੱਕ ਪਹੁੰਚਿਆ ਜਾਂਦਾ ਸੀ, ਪਰ ਗੁਰਸਿੱਖਾਂ ਦੀ ਸੰਗਤ ਦੇ ਵਿੱਚ ਜਦੋਂ ਆਪਣੇ ਅੰਦਰ ਦੀ ਸੋਝੀ ਹੋਈ, ਪ੍ਰਭੂ ਦੇ ਨਾਮ ਦੇ ਨਾਲ ਬਣੀ ਹਰ ਵੇਲੇ ਜੋ ਪ੍ਰੀਤ ਹੈ, ਉਹੀ ਨੌਨਿਧੀ ਹੈ, ਉਹੀ ਅੰਮ੍ਰਿਤ ਪਦਾਰਥ ਹੈ, ਉਹੀ ਸਿੱਧੀਆਂ ਹਨ, ਉਹੀ ਅਨਹਤ ਨਾਦ ਹੈ, ਉਹੀ ਆਨੰਦ ਹੈ। ਐਨਿਸ ਬਣੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਤ ਗਿਆ। ਐਨਿਸ ਬਣੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਤ ਗਿਆ। ਭਾਰਤ ਵਿੱਚ ਵੇਦ ਅਤੇ ਉਪਨਿਸ਼ਦਾਂ ਤੋਂ ਇਲਾਵਾ 12 ਜੋਗੀਆਂ ਦੇ ਫਿਰਕੇ, 10 ਸੰਨਿਆਸੀਆਂ ਦੇ ਫਿਰਕੇ, ਜਿਨ੍ਹਾਂ ਦੇ ਸਿੱਖਿਆ ਸਿਧਾਂਤਾਂ ਵਿੱਚ ਅਨਾਹਤ ਦੀ ਗੱਲ ਪ੍ਰਮੁੱਖਤਾ ਨਾਲ ਕੀਤੀ ਜਾਂਦੀ ਸੀ। ਭਾਵ ਧਾਰਮਿਕ ਜਗਤ ਦੇ ਵਿੱਚ ਇਹ ਸੁਨ ਸਮਾਦ, ਅਨਾਹਤ, ਅਸ਼ਸਿੱਧੀਆਂ ਇਹ ਆਮ ਪ੍ਰਚਲਿਤ ਸਨ, ਔਰ ਧਾਰਮਿਕ ਜੋ ਵੀ ਜਿਗਿਆਸੂ ਸਨ ਇਹਨਾਂ ਦੀ ਹੀ ਗੱਲ ਜ਼ਿਆਦਾ ਕਰਦੇ ਸਨ, ਔਰ ਆਮ ਤੌਰ 'ਤੇ ਇਹਨਾਂ ਅਵਸਥਾਵਾਂ ਦੀ ਲਾਲਸਾ ਪੈਦਾ ਕਰਕੇ ਧਾਰਮਿਕ ਮੰਤਰ, ਕਿਰਿਆਵਾਂ ਅਤੇ ਸਿੱਧੀਆਂ ਕਰਮਕਾਂਡ ਵਿਧੀਆਂ ਆਦਿ ਦੀ ਪ੍ਰੇਰਨਾ ਕਰਕੇ ਜਿਗਿਆਸੂ ਨੂੰ ਇਸ ਲਾਈਨ ਨਾਲ ਜੋੜਿਆ ਰੱਖਿਆ ਜਾਂਦਾ ਸੀ। ਪਰ ਗੁਰੂ ਸਾਹਿਬ ਇਹ ਗੱਲ ਸਮਝਦੇ ਸੀ ਕਿ ਇਹ ਜੀਵਨ ਦਾ ਸਿੱਧਾ ਰਸਤਾ ਨਹੀਂ ਹੈ। ਗੁਰੂ ਸਾਹਿਬ ਨੇ ਦ੍ਰਿੜ ਕਰਾਇਆ, ਬਿਨ ਸ਼ਬਦ ਹੈ ਸ਼ਬਦ ਦੂਜਾ ਲਾਗੇ, ਦੇਖੋ ਹਿਰਦਾ ਵਿਚਾਰ। ਭਾਵ ਗਿਆਨ ਨੂੰ ਛੱਡ ਕਰਕੇ ਲੋਕ ਹੋਰ ਪਾਸੇ ਲੱਗੇ ਹੋਏ ਹਨ। ਨਾਨਕ ਵੱਡੇ ਸੇ ਵਡਭਾਗੀ, ਜਿਨ ਸੱਚ ਰੱਖਿਆ ਉਰ ਧਾਰ। ਅਨਾਹਤ ਨੂੰ ਸਮਝਣ ਲਈ ਪਹਿਲਾਂ ਜੋ ਪ੍ਰਚਲਿਤ ਨੌਨਿਧੀਆਂ, ਸਿੱਧੀਆਂ, ਸੁਨ ਸਮਾਦ ਦੇ ਬਾਰੇ ਜਾਂ ਅੰਮ੍ਰਿਤ ਦੇ ਬਾਰੇ ਵਿਚਾਰ ਪ੍ਰਚਲਿਤ ਸਨ, ਉਹਨਾਂ ਨੂੰ ਵੇਖੀਏ। ਨੌਨਿਧੀ ਤੋਂ ਭਾਵ 9 ਖਜ਼ਾਨੇ, ਜਿਹਦੇ ਵਿੱਚ ਨੀਲਮ, ਪੰਨਾ, ਰਤਨ, ਪੁਖਰਾਜ, ਜਵਾਹਰ, ਮੋਂਗਾ, ਲਾਲ, ਸੋਨਾ, ਚਾਂਦੀ ਆਦਿ ਇਹ ਸ਼ਾਮਿਲ ਸਨ। ਇਸੇ ਤਰ੍ਹਾਂ ਹੀ ਅਸ਼ਟ ਸਿੱਧੀਆਂ, 8 ਤਾਕਤਾਂ, ਇਹਦੇ ਵਿੱਚ ਅਨਿਮਾ, ਮਹਿਮਾ, ਲਘਿਮਾ, ਗਰਿਮਾ, ਪ੍ਰਾਪਤੀ, ਪ੍ਰਾਕਾਮਯ, ਈਸ਼ਤਾ, ਵਸ਼ੀਤਾ, ਇਹ 8 ਜਾਂ ਇਹਨਾਂ ਦੇ 18 ਹੋਣ ਦੀ ਵੀ ਵਿਚਾਰ ਪ੍ਰਚਲਿਤ ਸੀ। ਅੰਮ੍ਰਿਤ ਤੋਂ ਭਾਵ ਮੌਤ ਤੋਂ ਮੁਕਤੀ ਦਾ ਪਦਾਰਥ। ਅਨਹਦ ਨਾਦ ਤੋਂ ਭਾਵ ਲਗਾਤਾਰ, ਅਨਹਦ ਤੋਂ ਭਾਵ ਲਗਾਤਾਰ, ਦਿਨ ਰਾਤ ਜਾਂ ਹਰ ਵੇਲੇ, ਤੇ ਨਾਦ ਤੋਂ ਭਾਵ ਕਿਸੇ ਸਾਜ਼ ਜਾਂ ਸਾਜ਼ਾਂ ਦੀ ਆਵਾਜ਼। ਤੋਂ ਅਨਹਦ ਨਾਦ ਭਾਵ ਹਰ ਵੇਲੇ ਸੁਣਾਈ ਦੇਣ ਵਾਲੀ ਸਾਜ਼ਾਂ ਦੀ ਆਵਾਜ਼ ਨੂੰ ਅਨਹਦ ਨਾਦ ਕਿਹਾ ਗਿਆ। ਅਨਾਹਤ ਤੋਂ ਭਾਵ ਜੋ ਬਿਨਾਂ ਕਿਸੇ ਚੋਟ ਤੋਂ, ਜਿਸ ਨੂੰ ਵਜਾਉਣ ਵਾਲਾ ਸਾਹਮਣੇ ਨਹੀਂ ਹੁੰਦਾ, ਦਿਸਦਾ ਨਹੀਂ ਹੈ, ਭਾਵ ਕਿਸੇ ਚੋਟ ਤੋਂ ਬਿਨਾਂ ਉਤਪੰਨ ਆਵਾਜ਼ ਨੂੰ ਅਨਾਹਤ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਹੀ ਸੁਨ ਸਮਾਦ, ਸੁਨ ਦੀ ਅਵਸਥਾ ਜੋਗੀਆਂ ਦੀ ਇੱਕ ਕਿਰਿਆ ਜਾਂ ਕਿਸੇ ਕਰਮ ਰਾਹੀਂ ਤਟਸਥ ਹੋ ਜਾਣਾ, ਵਿਚਾਰ ਰਹਿਤ ਹੋ ਜਾਣਾ, ਜਾਂ ਇਹ ਕਹੀਏ ਸਾਰਥਕ ਰੂਪ ਵਿੱਚ ਕਿ ਮਾਇਆ ਦੇ ਤਿੰਨਾਂ ਗੁਣਾਂ ਤੋਂ ਰਹਿਤ ਹੋ ਜਾਣਾ। ਸਮਾਧੀ ਦਾ ਭਾਵ ਨਿਜ ਕੋਲ ਬੈਠਣਾ, ਨਿਜ ਕੋਲ ਆਸਨ ਲਗਾਣੇ। ਔਰ ਪੁਰਾਤਨ ਧਰਮ ਗ੍ਰੰਥਾਂ ਵਿੱਚ ਖਾਸ ਕਰਕੇ ਜੋ ਉਪਨਿਸ਼ਦ ਹਨ, ਉਹਦੇ ਵਿੱਚ ਇੱਕ ਮਾਂਡੂਕਯ ਉਪਨਿਸ਼ਦ ਹੈ, ਜਿਸ ਬਾਰੇ ਸ਼ੰਕਰਾਚਾਰ ਜੀ ਕਹਿ ਰਹੇ ਨੇ ਕਿ ਇਹ ਛੋਟਾ ਤੇ ਅਰਥ ਭਰਪੂਰ ਹੈ। ਇਸ ਵਿੱਚ ਸਮਾਧੀ ਦੀਆਂ 4 ਅਵਸਥਾ ਦੱਸੀਆਂ ਗਈਆਂ। ਇੱਕ ਜਾਗਰਤ ਅਵਸਥਾ,
दूसरी सुफन अवस्था जिहदे विच सुपने आते रहते हैं, विचार चलती रहती है। तीसरी है असुफन अवस्था जिहदे सुफन रहत कह दी अवस्था। और चौथी है चौथा पद जिन्हों तुरिया अवस्था भी कहा जाता है। इस अवस्था विच सुख दुख उस्तत निंदा कंचन वर्गिया कीमती चीज़ों का मोह भाव मोह माया तो वे प्राणी रहत हो जाता है। ये तुरिया अवस्था के गुण दसे गए हैं। उस्तत निंदा का ऐसे प्राणी ते कोई प्रभाव नहीं रहता, पर इन्हां सारिया समाधियां किधरे भी प्रभु की उस्तत की गल नहीं की गई। प्रभु की उस्तत की गल देखने को नहीं मिली कि समाधियां ने प्रभु की उस्तत करनी है। जो लोग इस विधि की प्रौढ़ता करते हैं उन्होंने एक्सपीरियंस भी अलग अलग है, उन्होंने अनुभव अलग अलग है। लंबे अभ्यास तो बाद एकाग्रता विच रह करके उन्होंने सब तो पहले डरावनियां आवाज़ां सुननियां शुरू होंदियां और होर लंबे अभ्यास तो बाद कोई सीमा नहीं है, होर लंबे अभ्यास तो बाद फिर किसी साज किसी नूं तां झिंगुर की आवाज़ सुनती है, किसी नूं किंगरी की आवाज़ सुनती है, किसी नूं वीणा की आवाज़ सुनती है और किसी नूं इकट्ठे 5 साजां की आवाज़ सुनती है। ये आवाज़ मिठी लगती है और इस आवाज़ नूं सुन करके वो आनंद नूं महसूस करते हैं। ये इस पंथ के जिहड़े यात्रु ने या कह लिए इस पंथ नूं मनण वाले ने वो कहते ये आवाज़ सुनने लई किरिया भी करनी पैंदी है। मूँह नक अते कन की वरतों नाल अखां बंद करके कन्नां ते उंगलां दे करके अते नक अते मूँह नाल ऐसी आवाज़ कढ़ी जाती है और हौली हौली इस आवाज़ का अभ्यास इन्ना हो जाता है कि मूँह चों नक चों कन चों ये आवाज़ कढ़नी नहीं पैंदी और ये आवाज़ लगातार सुनाई देती है जिसनों वजाण वाला नहीं दिसता। इस करके ये लोग इसनों अनहद समझ के स्वीकार करते हैं। वैसे आप दृढ़ किया कि अनहद तो भाव लगातार चलन वाली लगातार सुनाई देने वाली अते नाद कन्नां नूं चंगा लगन वाला जो साज है आवाज़ है उसनूं नाद कहा जाता है। वो राग वांग हो सकता है। वैसे जो प्राणी खेड़े विच रहते हैं वो जीवन नूं भी एक राग ही कहते हैं, जीवन नूं एक गीत ही कहते हैं। सो विचार करिए कि अनहद या झिंगुर या एक कह दिए किंगुरी ये सारे जो नाद ने ये सुनन नाल आनंद या सुख महसूस होता सी। इस तो अलावा इन्हां दी ये विचार भी सी कि इस तरह समाधि लगा करके अपने ध्यान नूं अखां दे विचाले मत्थे दे विच इहनूं ये त्रिकुटी कहते हैं इत्थे केंद्रित कर दो और लंबी समाधि तो बाद छोटा काम नहीं है, लंबियां समाधियां तो बाद इत्थे एक प्रकाश महसूस होएगा और ये प्रकाश कहते जिथे परमात्मा रहिंदा उथों ये प्राप्त होता है। पर गुरु साहब इदां दी समाधियां दी ही प्रौढ़ता नहीं करते। गुरु साहब कहते अखी ता मीटा नाग पकड़े ठगन को संसार, अखी ता मीटा नाग पकड़े ठगन को संसार। कहने के इहदे नाल ऐसा कुछ भी प्राप्त होने वाला नहीं है। गुरु साहब ने जोगिया नाल चर्चा में साफ किया, जोग ने बाहर बड़ी मसानी जोग न ताड़ी लाई है। ताड़ी कहते समाधि ये बाहर बड़िया मसानी जाकर के समाधियां लगाते सन या उत्थे जोग क्रिया करते सन। गुरु साहब कहने लगे नहीं, जोग ना बाहर बड़ी मसानी जोग न ताड़ी लाई है, जोग न देश दसंतर भवी है, जोग न तीर्थ नहाई है। बेशक लंबी लंबी यात्रावां कर लो, गुरु साहब कहने लगे ये योग नहीं है। अंजन माही निरंजन रही है, जोग जुगत इवें पाई है। समाज में रहंदे हुए भी समाज के विच खचत ना होने की जाच गुरु साहब ने दृढ़ कराई है। सो ये तो आप विचार की थी कि पुरातन नौ निधियां की सी। गुरमत की रोशनी में भी आप नौ निधि या सिद्धियां अते सुन या समाधि की अवस्था ते भी विचार कर लिए तो ही अनाद तक की आप पहुँच करांगे, अनाद नूं समझ पावांगे। गुरमत विच 9 निधि 18 सिद्धि
ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। 9 ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਗੁਰਮੁਖ ਵਾਸਤੇ ਪ੍ਰਭੂ ਦਾ ਨਾਮ ਹੀ 9 ਨਿਧੀਆਂ 8 ਜਾਂ 18 ਸਿੱਧੀਆਂ ਹਨ। ਪ੍ਰਾਪਤੀਆਂ ਦੇ ਅਭਿਲਾਖੀਆਂ ਜੋ ਇਹ ਲੋਕ ਪ੍ਰਾਪਤ ਕਰਨਾ ਚਾਹੁੰਦੇ ਨੇ, ਗੁਰੂ ਸਾਹਿਬ ਨੇ ਸਮਝਾਇਆ ਕਿ ਕਿਧਰੇ ਵੀ ਪਹਾੜਾਂ ਵਿੱਚ ਜਾ ਕਰਕੇ ਜਾਂ ਕੁੰਦਰਾਂ 'ਚ ਬੈਠ ਕਰਕੇ ਜਾਂ ਸੰਨਿਆਸ ਲੈਣ ਦੀ ਲੋੜ ਨਹੀਂ ਹੈ। ਇਹ ਬੰਦੇ ਦੇ ਸਰੀਰ ਦੇ ਅੰਦਰ ਹੀ ਮੌਜੂਦ ਹਨ। ਅਸ਼ਟ ਸਿੱਧੀਆਂ ਬਾਰੇ ਗੁਰੂ ਸਾਹਿਬ ਸਮਝਾ ਰਹੇ ਹਨ। ਗੁਰਮੁਖ ਅਸ਼ਟ ਸਿੱਧੀ ਸਭ ਬੁੱਧੀ, ਗਿਆਨ ਹੀ ਸਾਰੀ ਸਿੱਧੀਆਂ ਦਾ ਮਾਲਕ ਹੈ। ਗੁਰਮੁਖ ਭਾਵ ਜਿਸ ਦਾ ਮੁਖ ਗੁਰੂ ਵਾਲਾ, ਜਿਸ ਨੇ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕੀਤਾ, ਉਹਦੇ ਵਾਸਤੇ ਗੁਰਮੁਖ ਅਸ਼ਟ ਸਿੱਧੀ ਸਭ ਬੁੱਧੀ। ਗੁਰਮੁਖ ਭਵਜਲ ਤਰੀ ਹੈ ਸੱਚ ਸੁਧੀ। ਗੁਰਮੁਖ ਨੇ ਸੱਚ ਦੇ ਲੜ ਲੱਗ ਕਰਕੇ ਇਸ ਭਵਜਲ ਨੂੰ ਪਾਰ ਕਰਨਾ ਹੈ। ਅਤੇ ਅੰਮ੍ਰਿਤ ਬਾਰੇ ਵੀ ਗੁਰੂ ਸਾਹਿਬ ਨੇ ਦ੍ਰਿੜ ਕਰਾਇਆ, ਅੰਮ੍ਰਿਤ ਹਰ ਕਾ ਨਾਮ ਸਦਾ ਧਿਆਈ ਹੈ। ਇਹੀ ਮੁਕਤੀ ਦਾ ਪਦਾਰਥ ਹੈ। ਇਸੇ ਨੇ ਮੌਤ ਦੇ ਭੈ ਨੂੰ ਖਤਮ ਕਰਨਾ ਹੈ। ਮੌਤ ਨਹੀਂ ਖਤਮ ਹੋਣੀ, ਮੌਤ ਦਾ ਭੈ ਖਤਮ ਕਰਨਾ ਹੈ। ਅੰਮ੍ਰਿਤ ਏਕੋ ਸ਼ਬਦ ਹੈ, ਨਾਨਕ ਗੁਰਮੁਖ ਪਾਇਆ। ਸ਼ਬਦ ਦੇ ਰਾਹੀਂ ਅੰਮ੍ਰਿਤ ਦੀ ਪ੍ਰਾਪਤ ਹੋਏਗੀ, ਭਾਵ ਮੌਤ ਦਾ ਭੈ ਖਤਮ ਹੋਏਗਾ। ਗੁਰਮੁਖ ਅੰਮ੍ਰਿਤ ਪੀਵਨਾ, ਨਾਨਕ ਸ਼ਬਦ ਵਿਚਾਰ। ਇਹ ਅੰਮ੍ਰਿਤ ਸ਼ਬਦ ਦੀ ਵਿਚਾਰ ਦੇ ਨਾਲ ਮਿਲੇਗਾ। ਸੋ ਗੁਰਬਾਣੀ ਦੀ ਰੋਸ਼ਨੀ ਵਿੱਚ ਆਪਾਂ ਇਹ ਵੇਖਿਆ ਕਿ ਅਸ਼ਟ ਸਿੱਧੀਆਂ ਕੀ ਹੈ, ਅੰਮ੍ਰਿਤ ਕੀ ਹੈ। ਇਹਦੇ ਨਾਲ ਇਹ ਵੀ ਵੇਖੀਏ ਕਿ ਸਮਾਧੀ ਕੀ ਹੈ, ਭਾਵ ਨਿਜ ਕੋਲ ਬੈਠਣ ਦਾ ਤਰੀਕਾ ਸਾਨੂੰ ਗੁਰੂ ਸਾਹਿਬ ਦੱਸ ਰਹੇ ਹਨ। ਸਦਾ ਸਦਾ ਸਲਾਹਨਾ ਸੱਚਾ ਸ਼ਬਦ ਨਿਵਾਸ। ਗੁਰੂ ਦੀ ਸਿੱਖਿਆ ਦੇ ਵਿੱਚ ਟਿਕਣਾ ਹੀ ਔਰ ਪਰਮਾਤਮਾ ਨੂੰ ਸਲਾਹਣਾ ਹੀ ਇਹ ਸੱਚੀ ਸਮਾਧੀ ਹੈ। ਸਭ ਆਤਮ ਰਾਮ ਪ੍ਰਗਾਸਿਆ, ਗੁਰਮਤੀ ਨਿਜ ਘਰ ਵਾਸ। ਇਹਦੇ ਨਾਲ ਹੀ ਨਿਜ ਘਰ ਵਿੱਚ ਵਾਸਾ ਹੋਏਗਾ। ਜਦੋਂ ਗੁਰੂ ਦੀ ਸਿੱਖਿਆ ਵਿੱਚ ਟਿਕਾਂਗੇ, ਉਸ ਨੂੰ ਅਪਣਾਵਾਂਗੇ। ਗੁਰੂ ਸਾਹਿਬ ਨੇ ਸਾਨੂੰ ਇਹ ਦ੍ਰਿੜ ਕਰਾਇਆ, ਨਾਨਕ ਭਗਤ ਸੁਖੀਏ ਸਦਾ ਸੱਚਾ ਨਾਮ ਰਚਾ। ਜਿਹੜੇ ਭਗਤ ਨੇ ਉਹ ਨਾਮ ਦੇ ਵਿੱਚ ਹਮੇਸ਼ਾ ਟਿਕੇ ਰਹਿੰਦੇ ਹਨ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਥਿਰ ਭਾਵ ਅਡੋਲ। ਅਡੋਲ ਅਵਸਥਾ ਦਾ ਮਾਲਕ ਪਰਮਾਤਮਾ ਆਪ ਹੈ ਔਰ ਉਸੇ ਕੋਲੋਂ ਕੋਈ ਵਿਅਕਤੀ ਨੂੰ, ਪ੍ਰਾਣੀ ਨੂੰ ਵਿਕਾਰਾਂ ਤੋਂ ਜਾਂ ਹਉਮੈ ਕਾਮ ਕ੍ਰੋਧ ਲੋਭ ਹੰਕਾਰ ਤੋਂ ਮੁਕਤੀ ਮਿਲ ਕੇ ਅਡੋਲਤਾ ਪ੍ਰਾਪਤ ਹੋਣੀ ਹੈ।